मम्मी जी मैनू कोई कहानी सुनाओ। ठीक है पुੱਤਰ जी एक शहर विच राजू ਅਤੇ सचिन बहुत पक्के दोस्त रहंदे सन। ਉਹ ਇਕੱਠੇ ਹੀ ਕਾਲਜ ਜਾਂਦੇ ਸਨ ਤੇ ਇਕੱਠੇ ਹੀ ਜਿਮ ਜਾਂਦੇ ਸਨ। ਸਾਰਾ ਦਿਨ ਇਕੱਠੇ ਹੀ ਰਹਿੰਦੇ ਸਨ। ਰਾਜੂ ਨੂੰ ਜਿਮ ਦਾ ਜ਼ਿਆਦਾ ਸ਼ੌਂਕ ਸੀ, ਇਸ ਲਈ ਉਹ ਸਚਿਨ ਨਾਲੋਂ ਜ਼ਿਆਦਾ ਤਾਕਤਵਰ ਸੀ ਤੇ ਦੂਜੇ ਪਾਸੇ ਸਚਿਨ ਪੜ੍ਹਾਈ ਵਿੱਚ ਵੀ ਜ਼ਿਆਦਾ ਤੇਜ਼ ਸੀ। मम्मी जी फिर की होया? ਪੁੱਤਰ ਜੀ ਇੱਕ ਦਿਨ ਸਚਿਨ ਅਤੇ ਰਾਜੂ ਦੋਨੇ ਇਕੱਠੇ ਬੈਠੇ ਹੁੰਦੇ ਹਨ ਤੇ ਉਹ ਆਪਸ ਵਿੱਚ ਗੱਲਾਂ ਕਰਦੇ ਹਨ, ਕਿਉਂ ਨਾ ਹੁਣ ਅਸੀਂ ਪਾਰਟ ਟਾਈਮ ਕੋਈ ਜੌਬ ਕਰਨੀ ਸ਼ੁਰੂ ਕਰ ਦਈਏ ਜਿਸ ਨਾਲ ਅਸੀਂ ਆਪਣਾ ਖਰਚਾ ਆਪ ਕਰ ਸਕਾਂਗੇ ਤੇ ਇਸ ਤਰ੍ਹਾਂ ਸਾਨੂੰ ਕੰਮ ਕਰਨ ਦਾ ਐਕਸਪੀਰੀਅੰਸ ਵੀ ਹੋ ਜਾਵੇਗਾ ਤੇ ਸਾਡੇ ਪੈਸੇ ਵੀ ਬਣ ਜਾਇਆ ਕਰਨਗੇ। मम्मी जी फिर की करते हो? ਪੁੱਤਰ ਜੀ ਸਚਿਨ ਦੇ ਡੈਡੀ ਦੀ ਜਵੈਲਰੀ ਦੀ ਸ਼ਾਪ ਹੁੰਦੀ ਹੈ। ਸਚਿਨ ਆਪਣੇ ਡੈਡੀ ਨੂੰ ਜਾ ਕੇ ਦੱਸਦਾ ਹੈ ਕਿ ਮੈਂ ਅਤੇ ਰਾਜੂ ਅਸੀਂ ਦੋਵੇਂ ਕੋਈ ਪਾਰਟ ਟਾਈਮ ਜੌਬ ਕਰਨੀ ਚਾਹੁੰਦੇ ਹਾਂ। ਸਚਿਨ ਦਾ ਡੈਡੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦਾ ਹੈ। ਉਹ ਕਹਿੰਦਾ ਹੈ ਕੱਲ ਤੁਸੀਂ ਕਾਲਜ ਤੋਂ ਬਾਅਦ ਤੁਸੀਂ ਮੇਰੇ ਕੋਲ ਸ਼ਾਪ ਤੇ ਆ ਜਾਇਓ। ਸਚਿਨ ਕਹਿੰਦਾ ਹੈ ਠੀਕ ਹੈ ਡੈਡੀ ਜੀ। मम्मी जी फिर की हुंदा है? ਪੁੱਤਰ ਜੀ ਦੂਜੇ ਦਿਨ ਸਚਿਨ ਅਤੇ ਰਾਜੂ ਦੋਵੇਂ ਜਾਣੇ ਕਾਲਜ ਤੋਂ ਬਾਅਦ ਸਚਿਨ ਦੇ ਡੈਡੀ ਕੋਲ ਜਾਂਦੇ ਹਨ। ਸਚਿਨ ਦਾ ਡੈਡੀ ਸਚਿਨ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਦੁਕਾਨ ਤੇ ਅਕਾਊਂਟ ਦਾ ਹਿਸਾਬ ਦੇਖਣਾ ਸ਼ੁਰੂ ਕਰ ਦੇ, ਮੈਂ ਤੈਨੂੰ ਇਸ ਦੇ ਬਦਲੇ ਸੈਲਰੀ ਦੇਵਾਂਗਾ। ਫਿਰ ਸਚਿਨ ਦਾ ਡੈਡੀ ਰਾਜੂ ਨੂੰ ਵੀ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਮੇਰੀ ਕਾਰ ਦੀ ਡਰਾਈਵਿੰਗ ਕਰਨੀ ਸ਼ੁਰੂ ਕਰ ਦੇ ਤੇ ਮੈਂ ਤੈਨੂੰ ਵੀ ਸੈਲਰੀ ਦਿਆ ਕਰੂੰਗਾ। मम्मी जी फिर राजू ते सचिन की कहंदे? ਪੁੱਤਰ ਜੀ ਰਾਜੂ ਅਤੇ ਸਚਿਨ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦੇ ਹਨ। ਰਾਜੂ ਸਚਿਨ ਦੇ ਡੈਡੀ ਨੂੰ ਕਹਿੰਦਾ ਹੈ ਅੱਜ ਮੈਂ ਆਪਣੇ ਘਰ ਜਾ ਕੇ ਦੱਸ ਦਿੰਦਾ ਹਾਂ, ਕੱਲ ਤੋਂ ਮੈਂ ਕਾਲਜ ਤੋਂ ਬਾਅਦ ਆਪਣੀ ਜੌਬ ਤੇ ਆ ਜਾਇਆ ਕਰੂੰਗਾ। ਸਚਿਨ ਵੀ ਕਹਿੰਦਾ ਹੈ ਡੈਡੀ ਜੀ ਮੈਂ ਵੀ ਕੱਲ ਤੋਂ ਆਪਣੀ ਜੌਬ ਤੇ ਆ ਜਾਇਆ ਕਰੂੰਗਾ। मम्मी जी फिर की हुंदा है? ਪੁੱਤਰ ਜੀ ਦੂਜੇ ਦਿਨ ਤੋਂ ਹੀ ਸਚਿਨ ਅਤੇ ਰਾਜੂ ਜੌਬ ਤੇ ਆਉਣਾ ਸ਼ੁਰੂ ਕਰ ਦਿੰਦੇ ਹਨ। ਸਚਿਨ ਅਕਾਊਂਟ ਦਾ ਕੰਮ ਦੇਖਣਾ ਸ਼ੁਰੂ ਕਰ ਦਿੰਦਾ ਹੈ ਤੇ ਰਾਜੂ ਸਚਿਨ ਦੇ ਡੈਡੀ ਦੀ ਕਾਰ ਚਲਾਉਣੀ ਸ਼ੁਰੂ ਕਰ ਦਿੰਦਾ ਹੈ। ਦੋਨੇ ਜਾਣੇ ਆਪਣਾ ਕੰਮ ਪੂਰੀ ਮਿਹਨਤ ਨਾਲ ਕਰਦੇ ਹਨ। मम्मी जी फिर की हुंदा? ਪੁੱਤਰ ਜੀ ਸਚਿਨ ਦਾ ਡੈਡੀ ਰਾਜੂ ਦੀ ਮਿਹਨਤ ਅਤੇ ਇਮਾਨਦਾਰੀ ਤੋਂ ਬਹੁਤ ਖੁਸ਼ ਸੀ। ਸਚਿਨ ਦਾ ਡੈਡੀ ਜਦੋਂ ਵੀ ਪੈਸੇ ਲੈ ਕੇ ਕਿਤੇ ਜਾਂਦਾ ਸੀ ਜਾਂ ਸੋਨਾ ਲੈ ਕੇ ਕਿਤੇ ਜਾਂਦਾ ਸੀ ਤਾਂ ਉਹ ਹਰ ਵਾਰ ਰਾਜੂ ਨੂੰ ਨਾਲ ਹੀ ਲੈ ਕੇ ਜਾਂਦਾ ਸੀ। ਇੱਕ ਦਿਨ ਰਾਜੂ ਅਤੇ ਸਚਿਨ ਦਾ ਡੈਡੀ ਦੁਕਾਨ ਦੇ ਪੈਸੇ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਕਾਰ ਵਿੱਚ ਜਾਂਦੇ ਹਨ ਤਾਂ ਅਚਾਨਕ ਉਹਨਾਂ ਨੂੰ ਇੱਕ ਕਾਰ ਘੇਰ ਲੈਂਦੀ ਹੈ ਤਾਂ ਉਸ ਕਾਰ ਵਿੱਚੋਂ 3-4 ਜਾਣੇ ਨਿਕਲ ਕੇ ਬਾਹਰ ਆਉਂਦੇ ਹਨ। मम्मी जी फिर की हुंदा? ਪੁੱਤਰ ਜੀ ਜਦੋਂ ਦੂਜੀ ਗੱਡੀ ਵਿੱਚੋਂ ਉਤਰ ਕੇ 3-4 ਜਾਣੇ ਸਚਿਨ ਦੇ ਡੈਡੀ ਦੀ ਗੱਡੀ ਵੱਲ ਨੂੰ ਆਉਂਦੇ ਹਨ ਤਾਂ ਰਾਜੂ ਸਚਿਨ ਦੇ ਡੈਡੀ ਨੂੰ ਕਹਿੰਦਾ ਹੈ ਮੈਨੂੰ ਲੱਗਦਾ ਹੈ ਇਹ ਆਪਾਂ ਨੂੰ ਲੁੱਟਣਾ ਚਾਹੁੰਦੇ ਹਨ, ਤੁਸੀਂ ਗੱਡੀ ਵਿੱਚੋਂ ਨਾ ਉਤਰੋ। ਰਾਜੂ ਗੱਡੀ ਵਿੱਚੋਂ ਬਾਹਰ ਉਤਰਦਾ ਹੈ ਤੇ ਉਹਨਾਂ ਨੂੰ ਪੁੱਛਦਾ ਹੈ ਤੁਸੀਂ ਸਾਨੂੰ ਕਿਉਂ ਰੋਕਿਆ ਹੈ? ਉਹ ਕਹਿੰਦੇ ਹਨ ਤੁਹਾਡੇ ਕੋਲ ਜੋ ਕੁਝ ਹੈ ਸਾਨੂੰ ਦੇ ਦਿਓ। मम्मी जी फिर राजू की करदा? ਪੁੱਤਰ ਜੀ ਰਾਜੂ ਬਹੁਤ ਤਕੜਾ ਤੇ ਦਲੇਰ ਵੀ ਹੁੰਦਾ ਹੈ। ਉਹ ਇਕੱਲਾ ਹੀ ਸਾਰਿਆਂ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ। ਦੂਜੇ ਪਾਸੇ ਸਚਿਨ ਦਾ ਡੈਡੀ ਗੱਡੀ ਵਿੱਚ ਬੈਠਾ ਬੈਠਾ ਪੁਲਿਸ ਨੂੰ ਫੋਨ ਕਰ ਦਿੰਦਾ ਹੈ। ਥੋੜੇ ਸਮੇਂ ਬਾਅਦ ਉੱਥੇ ਪੁਲਿਸ ਵੀ ਆ ਜਾਂਦੀ ਹੈ ਕਿਉਂਕਿ ਰਾਜੂ ਇਕੱਲਾ ਹੁੰਦਾ ਹੈ, ਇਸ ਲਈ ਉਸ ਨੂੰ ਕੁਝ ਸੱਟਾਂ ਵੀ ਲੱਗ ਜਾਂਦੀਆਂ ਹਨ। ਰਾਜੂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਡਾਕੂਆਂ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ। मम्मी जी फिर की हुंदा है? ਪੁੱਤਰ ਜੀ ਹਸਪਤਾਲ ਵਿੱਚ ਸਚਿਨ ਵੀ ਆ ਜਾਂਦਾ ਹੈ। ਉਹ ਆਪਣੇ ਡੈਡੀ ਨੂੰ ਪੁੱਛਦਾ ਹੈ ਡੈਡੀ ਜੀ ਕੀ ਹੋਇਆ? ਸਚਿਨ ਦਾ ਡੈਡੀ ਸਚਿਨ ਨੂੰ ਸਾਰੀ ਗੱਲ ਦੱਸਦਾ ਹੈ ਤੇ ਕਹਿੰਦਾ ਹੈ ਅੱਜ ਮੈਨੂੰ ਰਾਜੂ ਨੇ ਬਚਾ ਲਿਆ, ਨਹੀਂ ਤਾਂ ਉਹਨਾਂ ਨੇ ਅੱਜ ਮੇਰੇ ਸਾਰੇ ਪੈਸੇ ਲੁੱਟ ਕੇ ਲੈ ਜਾਣੇ ਸੀ। ਰਾਜੂ ਵਿੱਚ ਬਹੁਤ ਜ਼ਿਆਦਾ ਹੌਸਲਾ ਹੈ ਤੇ ਉਹ ਇਮਾਨਦਾਰ ਵੀ ਪੂਰਾ ਹੈ। ਤੇਰਾ ਦੋਸਤ ਕਿਸੇ ਹੀਰੇ ਨਾਲੋਂ ਘੱਟ ਨਹੀਂ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ। मम्मी जी फिर की हुंदा है? ਪੁੱਤਰ ਜੀ ਕੁਝ ਦਿਨਾਂ ਬਾਅਦ ਰਾਜੂ ਠੀਕ ਹੋ ਕੇ ਫਿਰ ਕੰਮ ਤੇ ਆਉਣਾ ਸ਼ੁਰੂ ਕਰ ਦਿੰਦਾ ਹੈ। ਸਚਿਨ ਦਾ ਡੈਡੀ ਹੁਣ ਰਾਜੂ ਤੇ ਬਹੁਤ ਭਰੋਸਾ ਕਰਨਾ ਸ਼ੁਰੂ ਕਰ ਦਿੰਦਾ ਹੈ। ਸਚਿਨ ਦੇ ਡੈਡੀ ਨੇ ਕਿਤੇੋਂ ਸੋਨਾ ਮੰਗਵਾਉਣਾ ਹੋਵੇ ਜਾਂ ਕਿਤੇੋਂ ਪੈਸੇ ਮੰਗਵਾਉਣੇ ਹੋਣ ਤਾਂ ਉਹ ਰਾਜੂ ਨੂੰ ਇਕੱਲੇ ਨੂੰ ਹੀ ਇਹਨਾਂ ਕੰਮਾਂ ਲਈ ਭੇਜ ਦਿੰਦਾ ਸੀ। ਸਚਿਨ ਦੇ ਡੈਡੀ ਨੂੰ ਹੁਣ ਰਾਜੂ ਦੀ ਸੈਲਰੀ ਵੀ ਵਧਾ ਦਿੱਤੀ ਸੀ। ਰਾਜੂ ਵੀ ਹੁਣ ਬਹੁਤ ਖੁਸ਼ ਸੀ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ ਸੀ। मम्मी जी फिर की हुंदा है? ਪੁੱਤਰ ਜੀ ਸਮਾਂ ਬੀਤਦਾ ਜਾਂਦਾ ਹੈ। ਇੱਕ ਦਿਨ ਅਚਾਨਕ 2-3 ਕਾਰਾਂ ਸਚਿਨ ਦੇ ਡੈਡੀ ਦੀ ਸ਼ਾਪ ਦੇ ਬਾਹਰ ਆ ਕੇ ਖੜੀਆਂ ਹੋ ਜਾਂਦੀਆਂ ਹਨ। ਸਚਿਨ ਦਾ ਡੈਡੀ ਉਹਨਾਂ ਨੂੰ ਸ਼ੀਸ਼ੇ ਵਿੱਚੋਂ ਦੇਖ ਲੈਂਦਾ ਹੈ।
ਉਹ ਰਾਜੂ ਨੂੰ ਇੱਕਦਮ ਹਾਕ ਮਾਰ ਕੇ ਹੀਰਿਆਂ ਦੀ ਭਰੀ ਹੋਈ ਪੋਟਲੀ ਦੇ ਦਿੰਦਾ ਹੈ ਤੇ ਕਹਿੰਦਾ ਹੈ, ਤੂੰ ਛੇਤੀ ਦੇਣੀ ਇਹ ਪੋਟਲੀ ਲੈ ਕੇ ਦੁਕਾਨ ਤੋਂ ਬਾਹਰ ਚਲਾ ਜਾ। ਆਪਣੀ ਦੁਕਾਨ ਤੇ ਰੇਡ ਪੈ ਗਈ ਹੈ ਤੇ ਮੇਰੇ ਕੋਲ ਇਹਨਾਂ ਹੀਰਿਆਂ ਦਾ ਕੋਈ ਹਿਸਾਬ ਨਹੀਂ ਹੈ। ਜੇਕਰ ਇਹਨਾਂ ਨੇ ਇਹ ਹੀਰੇ ਮੇਰੇ ਕੋਲ ਦੇਖ ਲਏ ਤਾਂ ਮੈਨੂੰ ਜੇਲ੍ਹ ਹੋ ਜਾਵੇਗੀ। ਮੰਮੀ ਜੀ ਫਿਰ ਰਾਜੂ ਕੀ ਕਰਦਾ? ਪੁੱਤਰ ਜੀ, ਰਾਜੂ ਬਿਨਾਂ ਕੋਈ ਗੱਲ ਕੀਤੇ ਫਟਾਫਟ ਹੀਰਿਆਂ ਦੀ ਪੋਟਲੀ ਫੜਦਾ ਹੈ ਤੇ ਦੁਕਾਨ ਦੇ ਪਿਛਲੇ ਦਰਵਾਜ਼ੇ ਥਾਣੀ ਭੱਜ ਜਾਂਦਾ ਹੈ। ਰੇਡ ਵਾਲੇ ਸਾਰੀ ਦੁਕਾਨ ਚੈੱਕ ਕਰਦੇ ਹਨ ਤੇ ਵਾਪਸ ਚਲੇ ਜਾਂਦੇ ਹਨ। ਸਚਨ ਦਾ ਡੈਡੀ ਰਾਜੂ ਨੂੰ ਫੋਨ ਲਾਉਂਦਾ ਹੈ ਪਰ ਰਾਜੂ ਦਾ ਫੋਨ ਨਹੀਂ ਲੱਗਦਾ। ਸਚਨ ਦਾ ਡੈਡੀ ਸੋਚਦਾ ਹੈ ਰਾਤ ਦੇ 11 ਵੱਜ ਗਏ ਹਨ, ਹੁਣ ਸ਼ਾਇਦ ਰਾਜੂ ਸੁੱਤਾ ਹੋਵੇਗਾ। ਉਹ ਦੂਜੇ ਦਿਨ ਸਵੇਰ ਨੂੰ ਰਾਜੂ ਨੂੰ ਫੋਨ ਲਾਉਂਦਾ ਹੈ ਪਰ ਰਾਜੂ ਦਾ ਫੋਨ ਬੰਦ ਹੁੰਦਾ ਹੈ। ਮੰਮੀ ਜੀ ਫਿਰ ਸਚਨ ਦਾ ਡੈਡੀ ਕੀ ਕਰਦਾ ਹੈ? ਪੁੱਤਰ ਜੀ, ਸਚਨ ਦਾ ਡੈਡੀ ਦੂਜੇ ਦਿਨ ਰਾਜੂ ਨੂੰ 2-3 ਵਾਰ ਫੋਨ ਲਾਉਂਦਾ ਹੈ ਪਰ ਰਾਜੂ ਦਾ ਫੋਨ ਬੰਦ ਹੀ ਆਉਂਦਾ ਹੈ। ਸਚਨ ਦਾ ਡੈਡੀ ਹੁਣ ਪਰੇਸ਼ਾਨ ਹੋ ਜਾਂਦਾ ਹੈ। ਸਚਨ ਦਾ ਡੈਡੀ ਸਚਨ ਨੂੰ ਆਵਾਜ਼ ਮਾਰਦਾ ਹੈ ਤੇ ਕਹਿੰਦਾ ਹੈ, ਚੱਲ ਆਪਾਂ ਇੱਕ ਵਾਰ ਰਾਜੂ ਦੇ ਘਰ ਜਾ ਕੇ ਰਾਜੂ ਨੂੰ ਦੇਖ ਆਈਏ ਕਿ ਰਾਜੂ ਘਰ ਹੈ, ਕਿਉਂਕਿ ਉਸ ਦਾ ਫੋਨ ਨਹੀਂ ਲੱਗ ਰਿਹਾ। ਸਚਨ ਆਪਣੇ ਡੈਡੀ ਨੂੰ ਲੈ ਕੇ ਰਾਜੂ ਦੇ ਘਰ ਚਲ ਜਾਂਦਾ ਹੈ। ਮੰਮੀ ਜੀ ਫਿਰ ਕੀ ਹੁੰਦਾ? ਪੁੱਤਰ ਜੀ, ਜਦੋਂ ਸਚਨ ਦਾ ਡੈਡੀ ਰਾਜੂ ਦੇ ਘਰ ਜਾਂਦਾ ਹੈ ਤਾਂ ਰਾਜੂ ਦਾ ਡੈਡੀ ਘਰ ਤੋਂ ਬਾਹਰ ਹੀ ਆ ਜਾਂਦਾ ਹੈ। ਸਚਨ ਦਾ ਡੈਡੀ ਰਾਜੂ ਦੇ ਡੈਡੀ ਨੂੰ ਕਹਿੰਦਾ ਹੈ, ਮੈਂ ਰਾਜੂ ਨੂੰ ਮਿਲਣ ਆਇਆ ਹਾਂ, ਉਹ ਕਿੱਥੇ ਹੈ? ਰਾਜੂ ਦਾ ਡੈਡੀ ਕਹਿੰਦਾ ਹੈ, ਜੀ ਰਾਜੂ ਤਾਂ ਸਵੇਰੇ 9 ਵਜੇ ਦਾ ਹੀ ਘਰ ਤੋਂ ਆਪਣੇ ਕੰਮ ਤੇ ਚਲਾ ਗਿਆ ਸੀ, ਰੁਕ ਜਾਓ, ਮੈਂ ਉਸ ਨੂੰ ਫੋਨ ਕਰਦਾ ਹਾਂ। ਪਰ ਫੋਨ ਕਰਨ ਤੇ ਰਾਜੂ ਦਾ ਫੋਨ ਬੰਦ ਹੀ ਆਉਂਦਾ ਹੈ। ਸਚਨ ਦਾ ਡੈਡੀ ਕਹਿੰਦਾ ਹੈ, ਤੁਸੀਂ ਮੇਰਾ ਫੋਨ ਨੰਬਰ ਲੈ ਲਓ, ਰਾਜੂ ਜਦੋਂ ਵੀ ਘਰ ਆਇਆ ਤਾਂ ਮੇਰੀ ਉਸ ਨਾਲ ਗੱਲ ਕਰਵਾ ਦਿਓ। ਰਾਜੂ ਦਾ ਡੈਡੀ ਕਹਿੰਦਾ, ਠੀਕ ਹੈ ਜੀ। ਮੰਮੀ ਜੀ ਸਚਨ ਦਾ ਡੈਡੀ ਫਿਰ ਕੀ ਕਰਦਾ ਹੈ? ਪੁੱਤਰ ਜੀ, ਸਚਨ ਦਾ ਡੈਡੀ ਫਿਰ ਵਾਪਸ ਆਪਣੀ ਦੁਕਾਨ ਤੇ ਚਲਾ ਜਾਂਦਾ ਹੈ। ਸਚਨ ਦਾ ਡੈਡੀ ਸਚਨ ਨੂੰ ਕਹਿੰਦਾ ਹੈ, ਸ਼ਾਇਦ ਰਾਜੂ ਬੇਈਮਾਨ ਹੋ ਗਿਆ ਹੈ, ਮੈਨੂੰ ਲੱਗਦਾ ਹੈ ਉਹ ਆਪਣੇ ਹੀਰੇ ਲੈ ਕੇ ਕਿਤੇ ਭੱਜ ਗਿਆ ਹੈ। ਉਹ ਇਹ ਗੱਲ ਕਰ ਹੀ ਰਿਹਾ ਹੁੰਦਾ ਹੈ ਕਿ ਸਚਨ ਨੂੰ ਅਚਾਨਕ ਸ਼ੀਸ਼ੇ ਵਿੱਚੋਂ ਰਾਜੂ ਦੁਕਾਨ ਵੱਲ ਆਉਂਦਾ ਦਿਸਦਾ ਹੈ। ਸਚਨ ਉੱਚੀ ਦੇਣੀ ਕਹਿੰਦਾ ਹੈ, ਡੈਡੀ ਜੀ ਰਾਜੂ ਬੇਈਮਾਨ ਨਹੀਂ, ਉਹ ਦੇਖੋ ਉਹ ਤਾਂ ਆਪਣੀ ਦੁਕਾਨ ਵੱਲ ਨੂੰ ਆ ਰਿਹਾ ਹੈ। ਗੱਲ ਕਰਦਿਆਂ ਕਰਦਿਆਂ ਰਾਜੂ ਦੁਕਾਨ ਤੇ ਪਹੁੰਚ ਜਾਂਦਾ ਹੈ। ਮੰਮੀ ਜੀ ਫਿਰ ਕੀ ਹੁੰਦਾ? ਪੁੱਤਰ ਜੀ, ਸਚਨ ਦਾ ਡੈਡੀ ਰਾਜੂ ਨੂੰ ਪੁੱਛਦਾ ਹੈ, ਰਾਜੂ ਅੱਜ ਤੂੰ ਕਿੱਥੇ ਚਲਾ ਗਿਆ ਸੀ? ਤੇਰਾ ਫੋਨ ਵੀ ਬੰਦ ਸੀ। ਰਾਜੂ ਕਹਿੰਦਾ ਹੈ, ਅੱਜ ਮੇਰਾ ਫੋਨ ਡਿੱਗ ਕੇ ਖਰਾਬ ਹੋ ਗਿਆ ਸੀ, ਇਸ ਲਈ ਮੈਂ ਉਸ ਨੂੰ ਬਣਾਉਣ ਦੇ ਲਈ ਆਪਣੇ ਮੋਬਾਈਲ ਠੀਕ ਕਰਨ ਵਾਲੇ ਦੋਸਤ ਕੋਲ ਚਲਾ ਗਿਆ ਸੀ, ਇਸ ਲਈ ਮੈਨੂੰ ਅੱਜ ਕੰਮ ਤੇ ਆਉਣ ਲਈ ਇੰਨਾ ਜ਼ਿਆਦਾ ਟਾਈਮ ਲੱਗ ਗਿਆ ਸੀ। ਇਹ ਗੱਲ ਦੱਸ ਕੇ ਰਾਜੂ ਆਪਣੀ ਜੇਬ ਵਿੱਚੋਂ ਹੀਰਿਆਂ ਵਾਲੀ ਪੋਟਲੀ ਕੱਢਦਾ ਹੈ ਤੇ ਕਹਿੰਦਾ ਹੈ, ਆ ਲਓ ਤੁਹਾਡੇ ਹੀਰੇ। ਮੰਮੀ ਜੀ ਫਿਰ ਸਚਨ ਦਾ ਡੈਡੀ ਕੀ ਕਰਦਾ ਹੈ? ਪੁੱਤਰ ਜੀ, ਸਚਨ ਦਾ ਡੈਡੀ ਰਾਜੂ ਨੂੰ ਕਹਿੰਦਾ ਹੈ ਕਿ ਇਹ ਹੀਰੇ ਕੁਝ ਦਿਨਾਂ ਲਈ ਤੂੰ ਆਪਣੇ ਕੋਲ ਰੱਖ ਲੈ, ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਮੇਰੀ ਦੁਕਾਨ ਤੇ ਜਾਂ ਮੇਰੇ ਘਰ ਦੁਬਾਰਾ ਵੀ ਛਾਪਾ ਪੈ ਸਕਦਾ ਹੈ। ਸਚਨ ਦਾ ਡੈਡੀ ਕਹਿੰਦਾ ਹੈ, ਮੈਂ ਸਿਰਫ ਤੇਰੇ ਤੇ ਹੀ ਵਿਸ਼ਵਾਸ ਕਰ ਸਕਦਾ ਹਾਂ, ਇਹ ਹੀਰੇ ਕਰੋੜਾਂ ਦੇ ਹਨ, ਇਸ ਲਈ ਤੂੰ ਇਹਨਾਂ ਨੂੰ ਤੂੰ ਹੀ ਸਾਂਭ ਕੇ ਰੱਖ ਲੈ। ਮੰਮੀ ਜੀ ਰਾਜੂ ਫਿਰ ਕੀ ਕਹਿੰਦਾ? ਪੁੱਤਰ ਜੀ, ਰਾਜੂ ਕਹਿੰਦਾ, ਤੁਸੀਂ ਇਹਨਾਂ ਹੀਰਿਆਂ ਨੂੰ ਛੁਪਾ ਕੇ ਕਿਉਂ ਰੱਖ ਰਹੇ ਹੋ? ਜੇਕਰ ਇਹ ਤੁਹਾਡੇ ਹਨ ਤਾਂ ਤੁਹਾਨੂੰ ਕਿਸੇ ਦਾ ਡਰ ਕਿਉਂ ਹੈ? ਸਚਨ ਦਾ ਡੈਡੀ ਕਹਿੰਦਾ, ਜੇਕਰ ਇਹਨਾਂ ਹੀਰਿਆਂ ਦਾ ਮੈਂ ਉਹਨਾਂ ਨੂੰ ਦੱਸ ਦਿੰਦਾ ਹਾਂ ਤਾਂ ਮੈਨੂੰ ਬਹੁਤ ਸਾਰਾ ਜੁਰਮਾਨਾ ਹੋ ਜਾਵੇਗਾ, ਕਿਉਂਕਿ ਮੈਂ ਇਹਨਾਂ ਹੀਰਿਆਂ ਦਾ ਟੈਕਸ ਨਹੀਂ ਦਿੱਤਾ ਹੈ। ਰਾਜੂ ਕਹਿੰਦਾ ਹੈ, ਫਿਰ ਤਾਂ ਤੁਸੀਂ ਚੋਰੀ ਕਰ ਰਹੇ ਹੋ, ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ, ਤੁਹਾਨੂੰ ਹਰ ਕੰਮ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਮੰਮੀ ਜੀ ਫਿਰ ਸਚਨ ਦਾ ਡੈਡੀ ਕੀ ਕਹਿੰਦਾ ਹੈ? ਪੁੱਤਰ ਜੀ, ਸਚਨ ਦਾ ਡੈਡੀ ਕਹਿੰਦਾ ਹੈ ਕਿ ਜੇਕਰ ਮੈਂ ਇਹਨਾਂ ਹੀਰਿਆਂ ਬਾਰੇ ਦੱਸ ਦਿੰਦਾ ਤਾਂ ਮੇਰੀ ਕਮਾਈ ਦਾ ਬਹੁਤ ਸਾਰਾ ਹਿੱਸਾ ਮੈਨੂੰ ਸਰਕਾਰ ਨੂੰ ਦੇਣਾ ਪੈਣਾ ਸੀ। ਮੈਂ ਸਾਰੀ ਉਮਰ ਕਮਾਈ ਕਰਕੇ ਹੀਰੇ ਜੋੜੇ ਹਨ, ਇਹ ਸਿਰਫ ਮੇਰੀ ਮਿਹਨਤ ਹੀ ਹੈ। ਮੰਮੀ ਜੀ ਰਾਜੂ ਫਿਰ ਕੀ ਕਰਦਾ? ਪੁੱਤਰ ਜੀ, ਰਾਜੂ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ। ਰਾਜੂ ਆਪਣੇ ਮਨ ਵਿੱਚ ਬਹੁਤ ਕੁਝ ਸੋਚ ਰਿਹਾ ਹੁੰਦਾ ਹੈ। ਉਸ ਨੂੰ ਲੱਗ ਰਿਹਾ ਹੁੰਦਾ ਹੈ ਕਿ ਸਚਨ ਦਾ ਡੈਡੀ ਬਹੁਤ ਗਲਤ ਕਰ ਰਿਹਾ ਹੈ, ਉਸ ਨੂੰ ਕਿਸੇ ਨਾਲ ਹੇਰਾਫੇਰੀ ਨਹੀਂ ਕਰਨੀ ਚਾਹੀਦੀ। ਮੰਮੀ ਜੀ ਰਾਜੂ ਫਿਰ ਕੀ ਕਰਦਾ ਹੈ? ਪੁੱਤਰ ਜੀ, ਰਾਜੂ ਜਦੋਂ ਹਰ ਰੋਜ਼ ਕੰਮ ਤੋਂ ਵਾਪਸ ਆਉਂਦਾ ਤਾਂ ਉਹ ਰਾਤ ਨੂੰ ਸੌਣ ਵੇਲੇ ਸਚਨ ਦੇ ਡੈਡੀ ਦੀਆਂ ਗੱਲਾਂ ਬਾਰੇ ਹੀ ਸੋਚਦਾ ਰਹਿੰਦਾ।
ਰਾਜੂ ਦੇ ਮਨ ਵਿੱਚ ਇੱਕ ਗੱਲ ਘਰ ਕਰ ਰਹੀ ਸੀ ਕਿ ਜ਼ਿੰਦਗੀ ਵਿੱਚ ਜੇਕਰ ਤੁਸੀਂ ਅੱਗੇ ਵਧਣਾ ਹੈ ਤਾਂ ਤੁਹਾਨੂੰ ਹੇਰਾਫੇਰੀ ਵੀ ਕਰਨੀ ਪਵੇਗੀ। ਰਾਜੂ ਨੂੰ ਲੱਗ ਰਿਹਾ ਸੀ ਕਿ ਜੇਕਰ ਸਾਰੀ ਉਮਰ ਮੈਂ ਇਮਾਨਦਾਰੀ ਨਾਲ ਕੰਮ ਕਰਾਂਗਾ ਤਾਂ ਮੇਰੇ ਕੋਲੋਂ ਜ਼ਿੰਦਗੀ ਵਿੱਚ ਬਹੁਤ ਸਾਰਾ ਪੈਸਾ ਨਹੀਂ ਕਮਾ ਹੋਣਾ। ਮੰਮੀ ਜੀ ਰਾਜੂ ਫਿਰ ਕੀ ਕਰਦਾ ਹੈ? ਪੁੱਤਰ ਜੀ, ਹੁਣ ਰਾਜੂ ਸਚਿਨ ਦੇ ਡੈਡੀ ਲਈ ਪਹਿਲਾਂ ਵਰਗਾ ਵਫਾਦਾਰ ਨਹੀਂ ਰਿਹਾ। ਹੁਣ ਰਾਜੂ ਇਮਾਨਦਾਰੀ ਛੱਡ ਕੇ ਸਿਰਫ ਅਮੀਰ ਬਣਨ ਦਾ ਤਰੀਕਾ ਲੱਭਣ ਲੱਗ ਜਾਂਦਾ ਹੈ। ਕੁਝ ਦਿਨਾਂ ਬਾਅਦ ਸਚਿਨ ਦਾ ਡੈਡੀ ਰਾਜੂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਹੈ, ਮੈਨੂੰ ਲੱਗਦਾ ਹੁਣ ਕੋਈ ਡਰਨ ਵਾਲੀ ਗੱਲ ਨਹੀਂ ਹੈ। ਤੂੰ ਕੱਲ ਮੇਰੇ ਹੀਰੇ ਮੈਨੂੰ ਵਾਪਸ ਲਿਆ ਦੇ। ਰਾਜੂ ਕਹਿੰਦਾ, ਠੀਕ ਹੈ ਜੀ। ਮੰਮੀ ਜੀ ਫਿਰ ਕੀ ਹੁੰਦਾ ਹੈ? ਪੁੱਤਰ ਜੀ, ਰਾਜੂ ਸਾਰੀ ਰਾਤ ਜਾਗਦਾ ਰਹਿੰਦਾ ਹੈ ਕਿਉਂਕਿ ਉਹ ਸਾਰੀ ਰਾਤ ਇਹੀ ਸੋਚ ਰਿਹਾ ਹੁੰਦਾ ਹੈ ਕਿ ਜੇਕਰ ਮੈਂ ਹੀਰੇ ਲੈ ਕੇ ਭੱਜ ਜਾਵਾਂ ਤਾਂ ਮੈਂ ਇਹਨਾਂ ਹੀਰਿਆਂ ਨੂੰ ਵੇਚ ਕੇ ਬਹੁਤ ਅਮੀਰ ਹੋ ਜਾਵਾਂਗਾ ਤੇ ਕੋਈ ਵੱਡਾ ਬਿਜ਼ਨਸ ਸ਼ੁਰੂ ਕਰ ਲਵਾਂਗਾ। ਹੁਣ ਤਾਂ ਮੈਂ ਜਵੈਲਰੀ ਦਾ ਬਿਜ਼ਨਸ ਵੀ ਖੋਲ ਸਕਦਾ ਹਾਂ ਕਿਉਂਕਿ ਮੈਨੂੰ ਇਸ ਕੰਮ ਬਾਰੇ ਸਾਰਾ ਪਤਾ ਹੈ। ਮੰਮੀ ਜੀ ਫਿਰ ਕੀ ਹੁੰਦਾ ਹੈ? ਪੁੱਤਰ ਜੀ, ਰਾਜੂ ਇਹ ਗੱਲ ਤੋਂ ਵੀ ਡਰ ਰਿਹਾ ਹੁੰਦਾ ਹੈ ਕਿ ਕਿਤੇ ਪੁਲਿਸ ਵਾਲਾ ਪੰਗਾ ਹੀ ਨਾ ਪੈ ਜਾਵੇ, ਪਰ ਉਹ ਫਿਰ ਇਹ ਵੀ ਸੋਚ ਰਿਹਾ ਹੁੰਦਾ ਹੈ ਕਿ ਜੇਕਰ ਸਚਿਨ ਦਾ ਡੈਡੀ ਪੁਲਿਸ ਕੋਲ ਜਾਵੇਗਾ ਤਾਂ ਸਚਿਨ ਦੇ ਡੈਡੀ ਨੂੰ ਸਜ਼ਾ ਵੀ ਹੋ ਜਾਵੇਗੀ ਤੇ ਜੁਰਮਾਨਾ ਵੀ ਹੋ ਜਾਵੇਗਾ। ਇਸ ਲਈ ਸਚਿਨ ਦਾ ਡੈਡੀ ਪੁਲਿਸ ਕੋਲ ਸ਼ਾਇਦ ਨਹੀਂ ਜਾਵੇਗਾ। ਮੰਮੀ ਜੀ ਰਾਜੂ ਫਿਰ ਕੀ ਕਰਦਾ ਹੈ? ਪੁੱਤਰ ਜੀ, ਰਾਜੂ ਦੂਜੇ ਦਿਨ ਸਵੇਰ ਤੋਂ ਹੀ ਸੁੱਤਾ ਉੱਠਦਾ ਹੈ ਤੇ ਹੀਰਿਆਂ ਦੀ ਪੋਟਲੀ ਲੈ ਕੇ ਘਰ ਤੋਂ ਚਲਾ ਜਾਂਦਾ ਹੈ। ਜਦੋਂ ਰਾਜੂ ਦੁਕਾਨ ਦੇ ਕੋਲ ਪਹੁੰਚਦਾ ਹੈ ਤਾਂ ਉਸ ਦਾ ਮਨ ਬਦਲ ਜਾਂਦਾ ਹੈ। ਉਹ ਸੋਚਦਾ ਹੈ ਕਿ ਮੈਨੂੰ ਆਪਣੀ ਲਾਈਫ ਸੈੱਟ ਕਰਨ ਲਈ ਇਸ ਤੋਂ ਵਧੀਆ ਸ਼ਾਰਟਕਟ ਕਦੇ ਨਹੀਂ ਮਿਲਣਾ। ਉਹ ਇਹ ਸੋਚ ਕੇ ਦੁਕਾਨ ਦੇ ਬਾਹਰੋਂ ਬਾਹਰ ਹੀ ਕਿਸੇ ਵੱਡੇ ਸ਼ਹਿਰ ਵਿੱਚ ਭੱਜ ਜਾਂਦਾ ਹੈ। ਮੰਮੀ ਜੀ ਸਚਿਨ ਦਾ ਡੈਡੀ ਫਿਰ ਕੀ ਕਰਦਾ ਹੈ? ਪੁੱਤਰ ਜੀ, ਸਚਿਨ ਦੇ ਡੈਡੀ ਨੂੰ ਰਾਜੂ ਤੇ ਬਹੁਤ ਭਰੋਸਾ ਹੁੰਦਾ ਹੈ, ਇਸ ਲਈ ਉਸ ਦਾ ਧਿਆਨ ਇਸ ਗੱਲ ਤੇ ਨਹੀਂ ਜਾਂਦਾ ਕਿ ਰਾਜੂ ਅੱਜ ਦੁਕਾਨ ਤੇ ਕਿਉਂ ਨਹੀਂ ਆਇਆ। ਉਹ ਸੋਚਦਾ ਹੈ ਕਿ ਸ਼ਾਇਦ ਰਾਜੂ ਕੋਈ ਕੰਮ ਪੈ ਗਿਆ ਹੋਣਾ ਹੈ, ਇਸ ਲਈ ਉਹ ਅੱਜ ਦੁਕਾਨ ਤੇ ਨਹੀਂ ਆਇਆ। ਪਰ ਜਦੋਂ ਦੂਜੇ ਦਿਨ ਦੁਪਹਿਰ ਤੱਕ ਰਾਜੂ ਦੁਕਾਨ ਤੇ ਨਹੀਂ ਆਉਂਦਾ ਤਾਂ ਸਚਿਨ ਦਾ ਡੈਡੀ ਰਾਜੂ ਨੂੰ ਫੋਨ ਕਰਦਾ ਹੈ, ਪਰ ਰਾਜੂ ਦਾ ਫੋਨ ਬੰਦ ਆਉਂਦਾ ਹੈ। ਸਚਿਨ ਦਾ ਡੈਡੀ ਸਚਿਨ ਨੂੰ ਕਹਿੰਦਾ ਹੈ, ਪਤਾ ਨਹੀਂ ਰਾਜੂ ਦੁਕਾਨ ਤੇ ਕਿਉਂ ਨਹੀਂ ਆਇਆ। ਮੈਂ ਰਾਜੂ ਨੂੰ ਫੋਨ ਕੀਤਾ ਸੀ ਪਰ ਉਸ ਦਾ ਫੋਨ ਵੀ ਬੰਦ ਹੈ। ਮੰਮੀ ਜੀ ਸਚਿਨ ਕੀ ਕਹਿੰਦਾ? ਪੁੱਤਰ ਜੀ, ਸਚਿਨ ਕਹਿੰਦਾ ਹੈ, ਕੋਈ ਗੱਲ ਨਹੀਂ ਡੈਡੀ ਜੀ, ਮੈਂ ਸ਼ਾਮ ਨੂੰ ਰਾਜੂ ਦੇ ਘਰ ਜਾ ਕੇ ਦੇਖ ਆਵਾਂਗਾ ਕਿ ਕੀ ਹੋਇਆ ਹੈ। ਸਚਿਨ ਦਾ ਡੈਡੀ ਕਹਿੰਦਾ ਹੈ, ਠੀਕ ਹੈ। ਪਰ ਕੁਝ ਸਮੇਂ ਬਾਅਦ ਰਾਜੂ ਦੇ ਡੈਡੀ ਦਾ ਫੋਨ ਸਚਿਨ ਦੇ ਡੈਡੀ ਨੂੰ ਆ ਜਾਂਦਾ ਹੈ। ਰਾਜੂ ਦਾ ਡੈਡੀ ਕਹਿੰਦਾ ਹੈ ਕਿ ਰਾਜੂ ਕੱਲ ਰਾਤ ਘਰ ਨਹੀਂ ਆਇਆ ਤੇ ਅੱਜ ਸਵੇਰੇ ਵੀ ਨਹੀਂ ਆਇਆ ਤੇ ਉਸ ਦਾ ਫੋਨ ਵੀ ਬੰਦ ਹੈ। ਕੀ ਤੁਸੀਂ ਉਸ ਨੂੰ ਕਿਤੇ ਦੂਰ ਕੰਮ ਤੇ ਭੇਜਿਆ ਹੈ? ਮੰਮੀ ਜੀ ਸਚਿਨ ਦਾ ਡੈਡੀ ਕੀ ਕਹਿੰਦਾ? ਪੁੱਤਰ ਜੀ, ਜਦੋਂ ਰਾਜੂ ਦਾ ਡੈਡੀ ਸਚਿਨ ਦੇ ਡੈਡੀ ਨੂੰ ਪੁੱਛਦਾ ਹੈ ਕਿ ਰਾਜੂ ਕਿੱਥੇ ਹੈ ਤਾਂ ਸਚਿਨ ਦਾ ਡੈਡੀ ਜਵਾਬ ਦਿੰਦਾ ਹੈ, ਅਸੀਂ ਤਾਂ ਇਹ ਸੋਚ ਰਹੇ ਸੀ ਕਿ ਰਾਜੂ ਨੂੰ ਕੋਈ ਘਰ ਵਿੱਚ ਕੰਮ ਹੋਵੇਗਾ, ਉਹ ਤਾਂ ਸਾਡੇ ਕੋਲ ਕੱਲ ਦਾ ਨਹੀਂ ਆਇਆ। ਸਚਿਨ ਦਾ ਡੈਡੀ ਇਹ ਵੀ ਦੱਸਦਾ ਹੈ ਕਿ ਰਾਜੂ ਕੋਲ ਮੇਰੇ ਕਰੋੜਾਂ ਦੇ ਹੀਰੇ ਹਨ ਜੋ ਰਾਜੂ ਨੇ ਮੈਨੂੰ ਕੱਲ ਲਿਆ ਕੇ ਦੇਣੇ ਸੀ। ਰਾਜੂ ਦਾ ਡੈਡੀ ਕਹਿੰਦਾ ਹੈ, ਮੈਨੂੰ ਹੀਰਿਆਂ ਬਾਰੇ ਕੁਝ ਨਹੀਂ ਪਤਾ, ਪਰ ਰਾਜੂ ਪਤਾ ਨਹੀਂ ਕਿੱਥੇ ਚਲਾ ਗਿਆ ਹੈ। ਮੰਮੀ ਜੀ ਫਿਰ ਕੀ ਹੁੰਦਾ ਹੈ? ਪੁੱਤਰ ਜੀ, ਰਾਜੂ ਦਾ ਡੈਡੀ ਕਹਿੰਦਾ ਹੈ, ਚਲੋ ਆਪਾਂ ਪੁਲਿਸ ਕੋਲ ਚੱਲਦੇ ਹਾਂ, ਹੋ ਸਕਦਾ ਹੈ ਰਾਜੂ ਕਿਸੇ ਮੁਸੀਬਤ ਵਿੱਚ ਹੋਵੇ ਕਿਉਂਕਿ ਤੁਹਾਡੇ ਕਰੋੜਾਂ ਦੇ ਹੀਰੇ ਉਸ ਕੋਲ ਹਨ। ਸਚਿਨ ਦਾ ਡੈਡੀ ਕਹਿੰਦਾ ਹੈ, ਹਾਂ ਮੈਨੂੰ ਵੀ ਲੱਗ ਰਿਹਾ ਹੈ, ਸ਼ਾਇਦ ਰਾਜੂ ਕਿਸੇ ਮੁਸੀਬਤ ਵਿੱਚ ਫਸ ਗਿਆ ਹੈ, ਪਰ ਮੈਂ ਥਾਣੇ ਨਹੀਂ ਜਾ ਸਕਦਾ ਕਿਉਂਕਿ ਉਹ ਹੀਰਿਆਂ ਦਾ ਮੇਰੇ ਕੋਲ ਕੋਈ ਹਿਸਾਬ ਨਹੀਂ ਹੈ। ਜੇਕਰ ਮੈਂ ਥਾਣੇ ਗਿਆ ਤਾਂ ਪੁਲਿਸ ਵਾਲਿਆਂ ਨੇ ਮੇਰੇ ਹੀਰੇ ਵੀ ਜ਼ਬਤ ਕਰ ਲੈਣਗੇ ਤੇ ਮੈਨੂੰ ਸਜ਼ਾ ਵੀ ਹੋ ਜਾਵੇਗੀ। ਮੰਮੀ ਜੀ ਸਚਿਨ ਦਾ ਡੈਡੀ ਫਿਰ ਕੀ ਕਰਦਾ ਹੈ? ਪੁੱਤਰ ਜੀ, ਸਚਿਨ ਦਾ ਡੈਡੀ ਰਾਜੂ ਦੇ ਡੈਡੀ ਨੂੰ ਕਹਿੰਦਾ ਹੈ, ਆਪਾਂ ਸਾਰੇ ਜਾਣੇ ਰਲ ਕੇ ਇੱਕ ਵਾਰ ਰਾਜੂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਮੇਰਾ ਇੱਕ ਦੋਸਤ ਹੈ ਜੋ ਰਾਜੂ ਦਾ ਫੋਨ ਟਰੇਸ ਕਰ ਸਕਦਾ ਹੈ, ਆਪਾਂ ਉਸ ਕੋਲ ਚੱਲਦੇ ਹਾਂ। ਰਾਜੂ ਦਾ ਡੈਡੀ ਕਹਿੰਦਾ ਹੈ, ਠੀਕ ਹੈ ਜੀ, ਚਲੋ ਆਪਾਂ ਚੱਲੀਏ। ਮੰਮੀ ਜੀ ਫਿਰ ਕੀ ਹੁੰਦਾ ਹੈ? ਪੁੱਤਰ ਜੀ, ਦੂਜੇ ਪਾਸੇ ਰਾਜੂ ਵੱਡੇ ਸ਼ਹਿਰ ਵਿੱਚ ਜਾ ਕੇ ਇੱਕ ਹੋਟਲ ਵਿੱਚ ਕਮਰਾ ਲੈ ਲੈਂਦਾ ਹੈ ਤੇ ਆਪਣਾ ਪੁਰਾਣਾ ਫੋਨ ਨੰਬਰ ਸੁੱਟ ਕੇ ਨਵਾਂ ਫੋਨ ਨੰਬਰ ਵੀ ਲੈ ਲੈਂਦਾ ਹੈ ਤੇ ਹੁਣ ਉਹ ਆਪਣੇ ਅੱਗੇ ਦੀ ਪਲੈਨਿੰਗ ਸ਼ੁਰੂ ਕਰ ਦਿੰਦਾ ਹੈ। ਉਹ ਸੋਚਦਾ ਹੈ ਕਿ ਹੁਣ ਮੈਂ ਇਹਨਾਂ ਹੀਰਿਆਂ ਵਿੱਚੋਂ ਇੱਕ ਇੱਕ ਹੀਰਾ ਵੇਚਣਾ ਸ਼ੁਰੂ ਕਰ ਦਵਾਂਗਾ ਤੇ ਫਿਰ ਇੱਕ ਵੱਡੇ ਸ਼ਹਿਰ ਵਿੱਚ ਆਪਣਾ ਨਵਾਂ ਬਿਜ਼ਨਸ ਖੜਾ ਕਰ ਲਵਾਂਗਾ
ਤੇ ਕੁਝ ਸਾਲਾਂ ਬਾਅਦ ਆਪਣੇ ਮੰਮੀ ਡੈਡੀ ਨੂੰ ਵੀ ਦੱਸ ਦਵਾਂਗਾ ਤੇ ਉਹਨਾਂ ਨੂੰ ਵੀ ਮੈਂ ਇੱਥੇ ਲੈ ਆਵਾਂਗਾ। ਮੰਮੀ ਜੀ ਫਿਰ ਕੀ ਹੁੰਦਾ ਹੈ? ਪੁੱਤਰ ਜੀ, ਦੂਜੇ ਪਾਸੇ ਸਚਿਨ ਦੇ ਡੈਡੀ ਦਾ ਦੋਸਤ ਫੋਨ ਟਰੇਸ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਦੱਸਦਾ ਹੈ ਕਿ ਹੁਣ ਫੋਨ ਬੰਦ ਹੈ, ਪਰ ਆਖਰੀ ਵਾਰ ਫੋਨ ਇਸ ਜਗ੍ਹਾ ਤੇ ਗਿਆ ਸੀ। ਸਚਿਨ ਅਤੇ ਉਸ ਦਾ ਡੈਡੀ ਤੇ ਰਾਜੂ ਦਾ ਡੈਡੀ ਇਕੱਠੇ ਹੋ ਕੇ ਉਸ ਜਗ੍ਹਾ ਤੇ ਜਾਂਦੇ ਹਨ। ਮੰਮੀ ਜੀ ਫਿਰ ਰਾਜੂ ਲੱਭ ਜਾਂਦਾ? ਨਹੀਂ ਪੁੱਤਰ ਜੀ, ਰਾਜੂ ਬਹੁਤ ਚਲਾਕ ਸੀ। ਉਸਨੂੰ ਪਤਾ ਸੀ ਕਿ ਮੇਰਾ ਫੋਨ ਟਰੇਸ ਹੋ ਸਕਦਾ ਹੈ, ਇਸ ਲਈ ਉਸਨੇ ਆਪਣੇ ਫੋਨ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਸੀ। ਜਦੋਂ ਉਹ ਸਾਰੇ ਜਾਣੇ ਉਸ ਜਗ੍ਹਾ ਤੇ ਪਹੁੰਚਦੇ ਹਨ ਤਾਂ ਉੱਥੇ ਉਹਨਾਂ ਨੂੰ ਕੁਝ ਨਹੀਂ ਮਿਲਦਾ। ਸਚਿਨ ਦਾ ਡੈਡੀ ਹੁਣ ਫਿਕਰ ਵਿੱਚ ਡੁੱਬ ਜਾਂਦਾ ਹੈ ਤੇ ਸੋਚਦਾ ਹੈ ਜਾਂ ਤਾਂ ਰਾਜੂ ਨੂੰ ਕਿਸੇ ਨੇ ਲੁੱਟ ਲਿਆ ਹੈ ਜਾਂ ਫਿਰ ਰਾਜੂ ਬੇਈਮਾਨ ਹੋ ਗਿਆ ਹੈ। ਜਦੋਂ ਉਹ ਸਚਿਨ ਨੂੰ ਇਹ ਗੱਲ ਕਹਿੰਦਾ ਹੈ ਤਾਂ ਸਚਿਨ ਕਹਿੰਦਾ ਹੈ, ਡੈਡੀ ਜੀ, ਰਾਜੂ ਬੇਈਮਾਨ ਨਹੀਂ ਹੋ ਸਕਦਾ, ਉਹ ਜ਼ਰੂਰ ਕਿਸੇ ਮੁਸੀਬਤ ਵਿੱਚ ਹੋਵੇਗਾ। ਮੰਮੀ ਜੀ ਫਿਰ ਕੀ ਹੁੰਦਾ? ਪੁੱਤਰ ਜੀ, ਸਚਿਨ ਅਤੇ ਉਸ ਦਾ ਡੈਡੀ ਅਤੇ ਰਾਜੂ ਦਾ ਡੈਡੀ ਸਾਰੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਤੇ ਉਹ ਇਹ ਸਲਾਹ ਕਰਦੇ ਹਨ ਕਿ ਕੱਲ ਸਵੇਰ ਸੋਚ ਸਮਝ ਕੇ ਕੁਝ ਨਾ ਕੁਝ ਕਰਾਂਗੇ। ਤੇ ਦੂਜੇ ਪਾਸੇ ਰਾਜੂ ਸੋਚਦਾ ਹੈ ਕਿ ਕੱਲ ਸਵੇਰ ਨੂੰ ਮੈਂ ਬਾਜ਼ਾਰ ਜਾਵਾਂਗਾ ਤੇ ਇੱਕ ਹੀਰਾ ਵੇਚ ਆਵਾਂਗਾ। ਉਹ ਰਾਤ ਨੂੰ ਇੰਟਰਨੈਟ ਤੇ ਦੇਖ ਕੇ ਕੁਝ ਵੱਡੇ ਜਵੈਲਰੀ ਸਟੋਰਾਂ ਦੀ ਲਿਸਟ ਬਣਾ ਲੈਂਦਾ ਹੈ। ਮੰਮੀ ਜੀ ਫਿਰ ਦੂਜੇ ਦਿਨ ਕੀ ਹੁੰਦਾ? ਪੁੱਤਰ ਜੀ, ਦੂਜੇ ਦਿਨ ਰਾਜੂ ਆਪਣੇ ਹੀਰਿਆਂ ਵਾਲੀ ਪੋਟਲੀ ਵਿੱਚੋਂ ਇੱਕ ਹੀਰਾ ਕੱਢਦਾ ਹੈ ਤੇ ਜਵੈਲਰੀ ਵਾਲੀ ਸ਼ਾਪ ਤੇ ਉਸ ਨੂੰ ਵੇਚਣ ਚਲਾ ਜਾਂਦਾ ਹੈ। ਰਾਜੂ ਜਵੈਲਰੀ ਵਾਲੇ ਨੂੰ ਕਹਿੰਦਾ ਹੈ ਕਿ ਮੈਂ ਇਹ ਹੀਰਾ ਵੇਚਣਾ ਹੈ, ਪਰ ਜਵੈਲਰੀ ਵਾਲਾ ਉਸ ਨੂੰ ਕਹਿੰਦਾ ਹੈ ਕਿ ਪਹਿਲਾਂ ਇਸ ਦੀ ਖਰੀਦ ਵਾਲੀ ਰਸੀਦ ਦਿਖਾ ਮੈਨੂੰ। ਰਾਜੂ ਉਸ ਨੂੰ ਕਹਿੰਦਾ ਹੈ, ਜੀ ਮੈਂ ਰਸੀਦ ਤਾਂ ਘਰ ਭੁੱਲ ਗਿਆ ਹਾਂ। ਜਵੈਲਰੀ ਵਾਲਾ ਕਹਿੰਦਾ, ਪਹਿਲਾਂ ਤੂੰ ਰਸੀਦ ਲੈ ਕੇ ਆ, ਮੈਂ ਫਿਰ ਤੇਰਾ ਹੀਰਾ ਖਰੀਦਾਂਗਾ। ਮੰਮੀ ਜੀ ਰਾਜੂ ਫਿਰ ਕੀ ਕਰਦਾ ਹੈ? ਪੁੱਤਰ ਜੀ, ਰਾਜੂ ਉਸ ਦੁਕਾਨ ਤੋਂ ਬਾਹਰ ਨਿਕਲਦਾ ਹੈ ਤੇ ਕਿਸੇ ਹੋਰ ਦੁਕਾਨ ਤੇ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਹੀਰਾ ਵੇਚਣ ਲਈ ਕਹਿੰਦਾ ਹੈ। ਉਸ ਦੁਕਾਨ ਦਾ ਮਾਲਕ ਵੀ ਰਾਜੂ ਨੂੰ ਉਸ ਰਸੀਦ ਲਿਆਉਣ ਲਈ ਕਹਿੰਦਾ ਹੈ। ਰਾਜੂ ਫਿਰ ਬਹਾਨਾ ਲਗਾ ਦਿੰਦਾ ਹੈ। ਰਾਜੂ ਨੂੰ ਦੁਕਾਨਦਾਰ ਕਹਿੰਦਾ ਹੈ, ਤੂੰ ਇਹ ਹੀਰਾ ਕਿੰਨੇ ਦਾ ਖਰੀਦਿਆ ਸੀ? ਰਾਜੂ ਕਹਿੰਦਾ, ਜੀ ਇਹ ਤਾਂ ਮੇਰੇ ਡੈਡੀ ਜੀ ਨੇ ਖਰੀਦਿਆ ਸੀ, ਮੈਨੂੰ ਨਹੀਂ ਪਤਾ ਉਹਨਾਂ ਨੇ ਕਿੰਨੇ ਦਾ ਖਰੀਦਿਆ ਸੀ, ਤੁਸੀਂ ਦੱਸੋ ਇਸ ਦੇ ਕਿੰਨੇ ਪੈਸੇ ਦਓਗੇ? ਮੰਮੀ ਜੀ ਫਿਰ ਦੁਕਾਨਦਾਰ ਕੀ ਕਹਿੰਦਾ? ਪੁੱਤਰ ਜੀ, ਦੁਕਾਨਦਾਰ ਕਹਿੰਦਾ ਹੈ, ਤੂੰ ਪਹਿਲਾਂ ਇਸ ਦੀ ਰਸੀਦ ਲੈ ਕੇ ਆ, ਮੈਂ ਫਿਰ ਦੇਖਾਂਗਾ। ਰਾਜੂ ਇਸ ਤਰ੍ਹਾਂ ਹੋਰ ਵੀ 3-4 ਦੁਕਾਨਾਂ ਤੇ ਜਾਂਦਾ ਹੈ, ਪਰ ਉਸ ਦਾ ਹੀਰਾ ਕੋਈ ਵੀ ਨਹੀਂ ਖਰੀਦ ਰਿਹਾ। ਪਰ ਰਾਜੂ ਜਦੋਂ ਇੱਕ ਦੁਕਾਨ ਤੋਂ ਬਾਹਰ ਨਿਕਲ ਰਿਹਾ ਹੁੰਦਾ ਹੈ ਤਾਂ ਇੱਕ ਆਦਮੀ ਰਾਜੂ ਨੂੰ ਪਿੱਛੋਂ ਆਵਾਜ਼ ਮਾਰਦਾ ਹੈ ਤੇ ਉਸ ਨੂੰ ਆ ਕੇ ਕਹਿੰਦਾ ਹੈ, ਮੈਂ ਤੇਰਾ ਹੀਰਾ ਵਿਕਾ ਸਕਦਾ ਹਾਂ। ਰਾਜੂ ਖੁਸ਼ ਹੋ ਜਾਂਦਾ ਹੈ ਤੇ ਉਸ ਦੇ ਨਾਲ ਚਲਾ ਜਾਂਦਾ ਹੈ। ਮੰਮੀ ਜੀ ਫਿਰ ਹੀਰਾ ਵਿਕ ਜਾਂਦਾ? ਪੁੱਤਰ ਜੀ, ਉਹ ਬੰਦਾ ਰਾਜੂ ਨੂੰ ਸੁੰਨਮਸਾਨ ਜਗ੍ਹਾ ਤੇ ਲੈ ਜਾਂਦਾ ਹੈ। ਉੱਥੇ 2-3 ਬੰਦੇ ਹੋਰ ਵੀ ਹੁੰਦੇ ਹਨ। ਉਹ ਸਾਰੇ ਜਣੇ ਰਲ ਕੇ ਰਾਜੂ ਕੋਲੋਂ ਹੀਰਾ ਖੋਹ ਲੈਂਦੇ ਹਨ ਤੇ ਰਾਜੂ ਨੂੰ ਕੁੱਟਦੇ ਵੀ ਹਨ। ਰਾਜੂ ਉਹਨਾਂ ਕੋਲੋਂ ਬਚ ਕੇ ਕਿਸੇ ਤਰ੍ਹਾਂ ਭੱਜ ਜਾਂਦਾ ਹੈ। ਮੰਮੀ ਜੀ ਫਿਰ ਰਾਜੂ ਕੀ ਕਰਦਾ? ਪੁੱਤਰ ਜੀ, ਰਾਜੂ ਵਾਪਸ ਆਪਣੇ ਹੋਟਲ ਵਿੱਚ ਆ ਜਾਂਦਾ ਹੈ। ਉਹ ਕਮਰੇ ਵਿੱਚ ਬੈਠ ਕੇ ਸੋਚਣ ਲੱਗ ਪੈਂਦਾ ਹੈ ਕਿ ਹੁਣ ਮੈਂ ਹੀਰੇ ਕਿਸ ਤਰ੍ਹਾਂ ਵੇਚਾਂਗਾ। ਉਹ ਇਹ ਵੀ ਸੋਚ ਰਿਹਾ ਹੈ ਕਿ ਮੈਂ ਇਹਨਾਂ ਹੀਰਿਆਂ ਕਰਕੇ ਆਪਣਾ ਘਰ ਛੱਡ ਦਿੱਤਾ ਹੈ, ਮੈਨੂੰ ਪਤਾ ਨਹੀਂ ਸੀ ਕਿ ਹੀਰੇ ਵੇਚਣੇ ਇੰਨੇ ਔਖੇ ਹਨ। ਰਾਜੂ ਇਹ ਗੱਲ ਸੋਚ ਰਿਹਾ ਹੁੰਦਾ ਹੈ ਕਿ ਅਚਾਨਕ ਉਸ ਦੇ ਕਮਰੇ ਦੀ ਬਿੱਲ ਵੱਜਦੀ ਹੈ। ਜਦੋਂ ਰਾਜੂ ਦਰਵਾਜ਼ਾ ਖੋਲ੍ਹਦਾ ਹੈ ਤਾਂ ਇੱਕਦਮ ਹੈਰਾਨ ਹੋ ਜਾਂਦਾ ਹੈ। ਮੰਮੀ ਜੀ ਦਰਵਾਜ਼ੇ ਵਿੱਚ ਕੌਣ ਹੁੰਦਾ ਹੈ? ਪੁੱਤਰ ਜੀ, ਦਰਵਾਜ਼ੇ ਵਿੱਚ ਪੁਲਿਸ ਹੁੰਦੀ ਹੈ। ਉਹ ਰਾਜੂ ਨੂੰ ਫੜ ਲੈਂਦੀ ਹੈ ਤੇ ਹੀਰਿਆਂ ਨੂੰ ਵੀ ਜ਼ਬਤ ਕਰ ਲੈਂਦੀ ਹੈ। ਪੁਲਿਸ ਰਾਜੂ ਨੂੰ ਦੱਸਦੀ ਹੈ ਕਿ ਤੇਰੀ ਕੰਪਲੇਂਟ ਦੁਕਾਨਦਾਰਾਂ ਨੇ ਕੀਤੀ ਹੈ ਜਿਨ੍ਹਾਂ ਕੋਲ ਤੂੰ ਹੀਰੇ ਵੇਚਣ ਗਿਆ ਸੀ। ਉਹਨਾਂ ਨੂੰ ਸ਼ੱਕ ਸੀ ਕਿ ਤੂੰ ਚੋਰੀ ਕੀਤੀ ਹੈ। ਰਾਜੂ ਪੁਲਿਸ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਤੇ ਰੋਂਦਾ ਹੈ। ਇਹ ਵੀ ਗੱਲ ਕਹਿੰਦਾ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਮਿਹਨਤ ਕਰਕੇ ਹੀ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਸ਼ਾਰਟਕਟ ਤਰੀਕਾ ਤੁਹਾਡੀ ਵਧੀਆ ਚੱਲ ਰਹੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਮੰਮੀ ਜੀ ਫਿਰ ਕੀ ਹੁੰਦਾ ਹੈ? ਪੁੱਤਰ ਜੀ, ਪੁਲਿਸ ਸਚਿਨ ਦੇ ਡੈਡੀ ਨੂੰ ਫੜ ਕੇ ਲੈ ਜਾਂਦੀ ਹੈ। ਸਚਿਨ ਦੇ ਡੈਡੀ ਤੇ ਰਾਜੂ ਨੂੰ ਜੇਲ੍ਹ ਹੋ ਜਾਂਦੀ ਹੈ। ਰਾਜੂ ਆਪਣੇ ਡੈਡੀ ਦੇ ਗਲ ਲੱਗ ਰੋਂਦਾ ਹੋਇਆ ਕਹਿੰਦਾ ਹੈ, ਡੈਡੀ ਜੀ, ਜੇਕਰ ਮੈਂ ਤੁਹਾਡੇ ਨਾਲ ਗੱਲ ਕਰ ਲੈਂਦਾ ਤਾਂ ਸ਼ਾਇਦ ਮੈਂ ਆਪਣੀ ਜ਼ਿੰਦਗੀ ਨੂੰ ਬਚਾ ਲੈਂਦਾ।
ਮੈਂ ਸੋਚਦਾ ਸੀ ਇਹਨਾਂ ਹੀਰਿਆਂ ਨਾਲ ਇੱਕ ਦਿਨ ਵਿੱਚ ਅਮੀਰ ਬਣ ਜਾਵਾਂਗਾ। ਇਸ ਤੋਂ ਵਧੀਆ ਹੋਰ ਸ਼ਾਰਟਕਟ ਕੀ ਹੈ? ਪਰ ਮੈਂ ਜਿਸ ਦਿਨ ਇਹ ਹੀਰੇ ਚੋਰੀ ਕੀਤੇ ਹਨ, ਮੇਰਾ ਇੱਕ ਦਿਨ ਵੀ ਖੁਸ਼ੀ ਨਾਲ ਨਹੀਂ ਲੰਘਿਆ। ਅੱਜ ਤੋਂ ਬਾਅਦ ਮੈਂ ਕਦੇ ਵੀ ਇਦਾਂ ਦੀ ਗਲਤੀ ਨਹੀਂ ਕਰਾਂਗਾ। ਮੰਮੀ ਜੀ, ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਸ਼ਾਰਟਕਟ ਰਾਸਤਾ ਨਹੀਂ ਲਵਾਂਗੀ। ਮੈਂ ਹਮੇਸ਼ਾ ਇਮਾਨਦਾਰੀ ਤੇ ਮਿਹਨਤ ਨਾਲ ਅੱਗੇ ਵਧਾਂਗੀ। ਜੇਕਰ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਕਹਾਣੀ ਨੂੰ ਆਪਣੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਕਹਾਣੀ ਨੂੰ ਲਾਈਕ ਵੀ ਕਰੋ। ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤੇ ਬੈਲ ਦਾ ਆਈਕਨ ਦਬਾਓ।